ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ तेरे कवन कवन गुण कह के गावां तू साहिब गुणी निदाना तुमरी महिमा वर्ण न साकूं तू ठाकुर ऊच भगवाना तुमरी महिमा वर्ण न साकूं तू ठाकुर ऊच भगवाना। वाहिगुरु जी का खालसा वाहिगुरु जी की फतेह। परम सन्मानयोग सतगुरु धन धन ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਅੱਜ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਸਜਾਏ ਹੋਏ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ सत संगत करके अपना मनुखा जीवन सफला कर रहे अति सत्कारयोग गुरु सवारे सतसंगी जनों, आओ गुरु साहब जी की कृपा दे सदका पावन बाणी दे शब्द कीर्तन आप जी ने बड़े प्यार दे नाल श्रवण कीते ने। इसे तरह सतगुरां दे पावन जीवन दियां अमोलक विचारां दे नाल ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ। ਵੈਸੇ ਪਿਛਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੇ ਮਿਲ ਕੇ ਬੜੇ ਵਿਸਥਾਰ ਦੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਸਾਂਝ ਪਾਈਏ ਤੇ ਪਿਛਲੇ ਦੀਵਾਨਾਂ ਵਿੱਚ ਬੇਨਤੀ ਕੀਤੀ ਸੀ ਕਿ ਅੱਜ ਆਪਾਂ ਫਿਰ ਸ਼ੁਰੂ ਤੋਂ ਲੈ ਕੇ ਸਤਿਗੁਰਾਂ ਦੇ ਅਮੋਲਕ ਜੀਵਨ ਦੀਆਂ ਉਹ ਵਾਰਤਾਂ ਜਿਹੜੀਆਂ ਅੱਜ ਵੀ ਸਾਡੇ ਜੀਵਨ ਨੂੰ ਟੁੰਬਦੀਆਂ, ਜਿਨ੍ਹਾਂ ਸਤਿਗੁਰਾਂ ਦੇ ਜੀਵਨ ਦੇ ਸਮੇਂ ਵਿੱਚੋਂ ਅੱਜ ਵੀ ਮਨੁੱਖ ਕਿਤੇ ਆਪਣੇ ਜੀਵਨ ਦੇ ਅੰਦਰ ਸੇਧ ਲੈ ਕੇ ਦੇਖੇ, ਉਹਦਾ ਦੁਨੀਆ ਦੇ ਵਿੱਚ, ਉਹਦਾ ਸੰਸਾਰ ਦੇ ਵਿੱਚ ਆਇਆ ਹੋਇਆ ਸਫਲ ਹੋ ਸਕਦਾ ਹੈ। ਸੋ ਸਮਾਂ ਸੀਮਤ ਹੈ। ਭਾਈ ਸਾਹਿਬ ਭਾਈ ਬਲਪ੍ਰੀਤ ਸਿੰਘ ਜੀ ਆ ਉਹ ਵੀ ਪਹੁੰਚ ਚੁੱਕੇ ਨੇ। ਸਮੇਂ ਵਿੱਚ ਰਹਿੰਦਿਆਂ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਿਹੜੀ ਜੀਵਨ ਦੀ ਆਰੰਭਤਾ ਹੁੰਦੀ ਏ, ਇੱਕ ਬਹੁਤ ਹੀ ਸਾਦਗੀ ਜਿਹੀ ਵਾਲੇ ਜੀਵਨ ਵਾਲਾ ਪਰਿਵਾਰ ਹੈ। ਹੁਣ ਮੈਨੂੰ ਲੱਗਦਾ ਜਿਹੜੇ ਨਾਮ ਨੇ ਉਹ ਕਈ ਵਾਰੀ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਵੀ ਰਹਿ ਚੁੱਕੇ ਹਾਂ ਤੇ ਆਪ ਜੀ ਸਭ ਨੂੰ ਉਹ ਨਾਮ ਚੇਤੇ ਹੋ ਗਏ ਹੋਣੇ ਨੇ ਜੋ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੜਦਾਦਾ ਜੀ ਤੋਂ ਲੈ ਕੇ ਨਾਮ ਜਿਹੜੇ ਸਾਨੂੰ ਵਾਰ-ਵਾਰ ਸਾਂਝ ਪਾਉਂਦੇ ਆ ਤੇ ਸਾਨੂੰ ਸਾਰਿਆਂ ਨੂੰ ਉਹ ਜਿਹੜੇ ਨਾਮ ਨੇ ਚੇਤੇ ਹੋ ਜਾਣੇ ਚਾਹੀਦੇ ਨੇ। ਬੜੀ ਸਾਦਗੀ ਜੀ ਵਾਲਾ ਪਰਿਵਾਰ ਹੈ। ਚੂਨਾ ਮੰਡੀ ਲਾਹੌਰ ਵਿਖੇ ਜੀਵਨ ਨਿਰਵਾਹ ਕਰ ਰਹੇ ਹੈ ਤੇ ਇਸ ਪਰਿਵਾਰ ਦੇ ਸਭ ਤੋਂ ਵੱਡੇ ਬਜ਼ੁਰਗ ਦਾ ਨਾਮ ਹੈ ਬਾਬਾ ਗੁਰਦਿਆਲ ਜੀ।
ਤੇ ਬਾਬਾ ਗੁਰਦਿਆਲ ਜੀ ਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ। ਉਹਨਾਂ ਦਾ ਨਾਮ ਬਾਬਾ ਠਾਕੁਰ ਦਾਸ ਜੀ ਰੱਖਿਆ ਗਿਆ। ਬਾਬਾ ਠਾਕੁਰ ਜੀ ਦੇ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ, ਉਹਦਾ ਨਾਮ ਭਾਈ ਹਰਦਾਸ ਜੀ ਹੈ। ਭਾਈ ਹਰਦਾਸ ਜੀ ਦਾ ਸਮੇਂ ਦੇ ਮੁਤਾਬਕ ਬੀਬੀ ਦਇਆ ਕੌਰ ਜੀ ਦੇ ਨਾਲ ਆਨੰਦ ਕਾਰਜ ਹੁੰਦਾ ਹੈ। ਆਨੰਦ ਕਾਰਜ ਹੋਇਆ, ਸਤਿਗੁਰਾਂ ਦੀ ਮੈਂ ਰਹਿਮਤ ਹੋਈ। 1534 ਵਿੱਚ ਸਤੰਬਰ ਦਾ ਮਹੀਨਾ ਕਿਹਾ ਜਾਂਦਾ ਹੈ। 1534 ਦੇ ਵਿੱਚ ਭਾਈ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਇੱਕ ਬੱਚੇ ਦਾ ਪ੍ਰਕਾਸ਼ ਹੁੰਦਾ ਹੈ। ਉਸ ਬੱਚੇ ਦਾ ਨਾਮ ਘਰ ਦੇ ਵਿੱਚ ਵੱਡਾ ਹੋਣ ਦੇ ਕਰਕੇ, ਪਹਿਲਾ ਬੱਚਾ ਹੋਣ ਦੇ ਕਰਕੇ ਉਸ ਬੱਚੇ ਦਾ ਨਾਮ ਜੇਠਾ ਰੱਖਿਆ ਜਾਂਦਾ ਹੈ। ਜੇਠੇ ਦਾ ਅਰਥ ਬਾਣੀ ਦੇ ਵਿੱਚ ਵੀ ਹੈ, ਪਿੱਛੇ ਵੀ ਆਪਾਂ ਵਿਚਾਰ ਜਿਹੜੀ ਕਰ ਚੁੱਕੇ ਹਾਂ। ਜੇਠੇ ਦਾ ਅਰਥ ਹੈ ਵੱਡਾ। ਜੇਠਾ ਨਾਮ ਰੱਖਿਆ ਜਾਂਦਾ ਹੈ। ਤੇ ਮਾਂ ਪਹਿਲੇ ਦਿਨ ਤੋਂ ਲੈ ਕੇ ਆਪਣੇ ਬੱਚੇ ਨੂੰ ਲੋਰੀਆਂ ਦਿੰਦੀ ਹੋਈ ਆਪਣੇ ਬੱਚੇ ਨੂੰ ਬਹੁਤ ਵੱਡਾ ਬਣਾਉਣਾ ਚਾਹੁੰਦੀ ਏ। ਤੇ ਵਾਰ-ਵਾਰ ਕਹਿੰਦੀ ਏ, ਪੁੱਤ ਵੇ, ਮੈਂ ਤੇਰਾ ਨਾਮ ਹੀ ਜੇਠਾ ਨਹੀਂ ਰੱਖਿਆ, ਮੈਂ ਤੈਨੂੰ ਬਹੁਤ ਵੱਡਾ ਬਣਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਦੁਨੀਆ ਦਾ ਹਰ ਇੱਕ ਵੱਡੇ ਤੋਂ ਵੱਡਾ ਬਾਦਸ਼ਾਹ ਤੇਰੇ ਚਰਨਾਂ ਦੇ ਵਿੱਚ ਆ ਕੇ ਝੁਕ ਜਾਵੇ। ਮੈਂ ਚਾਹੁੰਦੀ ਹਾਂ ਤੂੰ ਦੁਨੀਆ ਦੀਆਂ ਸਭ ਤੋਂ ਉੱਚੀਆਂ ਬੁਲੰਦੀਆਂ ਨੂੰ ਛੋਹ ਲਵੇਂ। ਹੁਣ ਜਦੋਂ ਨੇਤਾ ਪ੍ਰਤੀ ਕੋਈ ਮਾਂ ਅਸੀਸ ਦਿੰਦੀ ਹੈ ਨਾ, ਅੱਜ ਵੀ ਤੁਸੀਂ ਦੇਖਿਓ ਜਿਹੜੇ ਸਿਆਣੇ ਬਜ਼ੁਰਗ ਨੇ ਨਾ, ਉਹ ਕਈ ਵਾਰ ਜਿੱਦਾਂ ਹੁਣ ਆਪਣੇ ਸਾਡੇ ਬੱਚੇ ਛੋਟੇ ਹੁੰਦੇ ਨੇ, ਸਾਨੂੰ ਵੀ ਕਈ ਵਾਰੀ ਆ ਕੇ ਜਿਹੜੇ ਬਜ਼ੁਰਗ ਨੇ ਉਹ ਪ੍ਰੇਰਿਤ ਕਰਦੇ ਨੇ ਕਿ ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਫੇਰ ਕੇ ਇਹਨਾਂ ਨੂੰ ਅਸੀਸਾਂ ਦਿਆ ਕਰੋ। ਜੋ ਅਸੀਸਾਂ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਦਿੱਤੀਆਂ ਨਾ, ਪੁੱਤਾ ਮਾਤਾ ਕੀ ਆਸੀਸ ਨਿਮਖ ਨ ਮਿਸਰੋ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼। ਇਸ ਤਰ੍ਹਾਂ ਦੀਆਂ ਅਸੀਸਾਂ ਦਿਆ ਕਰੋ ਬੱਚਿਆਂ ਨੂੰ। ਤੇ ਨਾਲ ਉਦਾਹਰਨ ਦਿੱਤੀ ਜਾਂਦੀ ਹੈ ਕਿ ਅਸੀਸਾਂ ਦਿੱਤੀਆਂ ਸੀ ਮਾਤਾ ਦਇਆ ਕੌਰ ਨੇ ਭਾਈ ਜੇਠਾ ਜੀ ਨੂੰ। ਜੀਵਨ ਦੇ ਆਰੰਭ ਤੋਂ ਲੈ ਕੇ ਭਾਵੇਂ 2 ਸਾਲ ਤੱਕ ਆਪਣੇ ਬੱਚੇ ਦੀ ਪ੍ਰਤਪਾਲਨਾ ਕੀਤੀ, ਪਰ ਆਪਣੇ ਬੱਚੇ ਨੂੰ ਅਸੀਸਾਂ ਇੰਨੀਆਂ ਦੇ ਦਿੱਤੀਆਂ ਕਿ ਉਹ ਅਸੀਸਾਂ ਇੱਕ ਦਿਨ ਸੱਚਮੁੱਚ ਹੋ ਉਤਰੀਆਂ ਤੇ ਸੱਚਮੁੱਚ ਦੁਨੀਆ ਦਾ ਵੱਡੇ ਤੋਂ ਵੱਡਾ ਬਾਦਸ਼ਾਹ, ਉਹਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਝੁਕਣਾ ਪੈਂਦਾ। ਮਾਂ ਨੇ ਅਸੀਸਾਂ ਦੇ ਦੇ ਕੇ 2 ਸਾਲ ਦਾ ਜਿਹੜਾ ਸਮਾਂ ਸੀ ਉਹ ਬਤੀਤ ਕੀਤਾ। ਤੇ 2 ਸਾਲ ਤੋਂ ਬਾਅਦ ਦਾ ਇੱਕ ਦਿਨ ਐਸਾ ਆਇਆ ਕਿ ਘਰ ਦੇ ਵਿੱਚ ਕੁਝ ਨਗਰ ਦੇ ਸੱਜਣ ਇਕੱਤਰ ਹੋਏ। ਘਰ ਦੇ ਵਿੱਚ ਭੀੜ ਲੱਗੀ ਹੋਈ ਏ। ਤੇ ਭਾਈ ਜੇਠਾ ਜੀ 2 ਸਾਲ ਦੀ ਉਮਰ, ਵਾਰ-ਵਾਰ ਬੇਨਤੀ ਕਰਦਾ, ਇਤਿਹਾਸ ਦੇ ਵਿੱਚ ਦਰੜਾਈ ਗਈ ਹੈ ਕਿ ਬਾਹਰੋਂ ਆਏ, ਆ ਕੇ ਦੇਖਿਆ ਘਰ ਦੇ ਵਿੱਚ ਭੀੜ ਲੱਗੀ ਪਈ ਏ। ਭੀੜ ਦੇ ਵਿੱਚੋਂ ਲੰਘ ਕੇ ਅੱਗੇ ਜਾ ਕੇ ਦੇਖਿਆ ਕਿ ਇੱਕ ਸਰੀਰ ਲੇਟਿਆ ਪਿਆ ਹੈ। ਤੇ ਸਰੀਰ ਨੂੰ ਦੇਖ ਕੇ ਪੁੱਛਦੇ ਨੇ ਘਰ ਦੇ ਵਿੱਚ ਆਪਣੇ 'ਚ ਕਿ ਇਹ ਕੌਣ ਹੈ। ਤੇ ਦੱਸਿਆ ਜਾਂਦਾ ਹੈ ਕਿ ਇਹ ਮਾਂ ਹੈ। ਮਾਂ ਇਦਾਂ ਕਿਉਂ ਪਈ ਏ? ਜੇਠਿਆ, ਤੇਰੀ ਮਾਂ ਤੈਨੂੰ ਛੱਡ ਕੇ ਚਲੀ ਗਈ ਏ। ਤੇਰੀ ਮਾਂ ਤੈਨੂੰ ਛੱਡ ਕੇ ਚਲੀ ਗਈ ਏ, ਇਹਨੇ ਕਦੇ ਪਰਤ ਕੇ ਵਾਪਸ ਨਹੀਂ ਆਉਣਾ। ਭੁੱਬਾਂ ਨਿਕਲ ਗਈਆਂ। 2 ਸਾਲ ਦੀ ਉਮਰ ਸੀ, ਹਿਰਦਾ ਬੜਾ ਕੋਮਲ ਸੀ, ਨਿਰਮਲ ਹਿਰਦਾ ਸੀ, ਨਾ ਸਹਾਰਿਆ ਗਿਆ, ਭੁੱਬਾਂ ਨਿਕਲੀਆਂ। ਮਾਂ ਏਦਾਂ ਕਿੱਦਾਂ ਕਰ ਸਕਦੀ ਹੈ? ਕਿਉਂਕਿ ਅਜੇ ਤੱਕ ਐਸੀ ਅਵਸਥਾ ਦੇਖੀ ਨਹੀਂ। 2 ਸਾਲ ਦੀ ਉਮਰ ਹੈ। ਤੋਤਲੀ ਜੀ ਰਸਨਾ ਦੇ ਵਿੱਚੋਂ ਬਚਨ ਕੀਤੇ ਹੋਣਗੇ, ਮਾਂ ਏਦਾਂ ਕਿੱਦਾਂ ਕਰ ਸਕਦੀ ਹੈ? ਮਾਂ ਤਾਂ ਮੇਰੇ ਨਾਲ ਵਾਅਦੇ ਕਰਦੀ ਸੀ, ਜੇਠਿਆ ਮੈਂ ਤੇਰਾ ਨਾਂ ਹੀ ਜੇਠਾ ਨਹੀਂ ਰੱਖਿਆ, ਮੈਂ ਤੈਨੂੰ ਬਹੁਤ ਵੱਡਾ ਬਣਾਉਣਾ। ਪਰ ਭਾਣਾ ਵਰਤ ਚੁੱਕਿਆ ਸੀ। ਪਿਤਾ ਨੇ ਗੱਲ ਬੱਕੜੀ ਦੇ ਵਿੱਚ ਲਿਆ ਤੇ ਗੱਲ ਬੱਕੜੀ ਵਿੱਚ ਲੈ ਕੇ ਪਿਤਾ ਕਹਿਣ ਲੱਗੇ ਜੇਠਿਆ, ਆ ਦੇਖ ਮੈਂ ਤੇਰਾ ਪਿਤਾ ਹਾਂ ਨਾ, ਮੈਂ ਤੈਨੂੰ ਤੇਰੀ ਮਾਂ ਵਾਲਾ ਵੀ ਤੇ ਤੇਰੇ ਪਿਤਾ ਵਾਲਾ ਵੀ ਪਿਆਰ ਦਿਆਂਗਾ।
जे तेरी मां जिहड़ी तेरे नाल वादे करदी सी जे वो चली गई है ना, आ वेख मैं तेरा पिता वां, मैं ये वादे पूरे करांगा, मैं तेनू बहुत वड्डा बनावांगा। ते मैं कई बारी बेनती करदा कि जिहड़ा समा है वो कई बारी जख्म भर दिंदा है। समा बतीत हुंदा गया। पिता हरदास जी ने ਅੰਮ੍ਰਿਤ ਵੇਲੇ ਉੱਠਣਾ, ਘਰ ਦੇ ਕੰਮ ਕਾਜ ਕਰਕੇ ਆਪਣੇ ਬੱਚੇ ਨੂੰ 2 ਪ੍ਰਸ਼ਾਦੇ ਤਿਆਰ ਕਰਕੇ ਦੇ ਜਾਣੇ ਤੇ ਆਪ ਦੁਕਾਨਦਾਰੀ ਦਾ ਕੰਮ ਹੈ, ਸਾਰਾ ਦਿਨ ਕੀਰਤ ਕਰਨੀ ਤੇ ਸ਼ਾਮ ਨੂੰ ਘਰ ਆ ਕੇ ਫਿਰ ਆਪਣੇ ਪੁੱਤਰ ਜੇਠੇ ਨੂੰ ਸੰਭਾਲ ਲੈਣਾ। 5 ਕੁ ਸਾਲ ਦਾ ਸਮਾਂ ਜਿਹੜਾ ਸੀ ਉਹ ਇਸੇ ਤਰ੍ਹਾਂ ਬਤੀਤ ਹੁੰਦਾ ਗਿਆ। ਇਤਿਹਾਸ ਦੇ ਮੁਤਾਬਕ ਭਾਈ ਜੇਠਾ ਜੀ ਦੀ ਜਿਹੜੀ ਉਮਰ ਹੈ ਉਹ 7 ਕੁ ਸਾਲ ਦੀ ਤਕਰੀਬਨ ਹੋ ਚੁੱਕੀ ਹੈ। ਤੇ 7 ਕੁ ਸਾਲ ਦੀ ਜਿਹੜੀ ਉਮਰ ਹੈ, ਜਦੋਂ ਬੱਚਾ ਥੋੜੀ ਜੀ ਸਮਝ ਸੋਚ ਜਿਹੜੀ ਰੱਖਣ ਲੱਗ ਜਾਂਦਾ ਹੈ ਤੇ ਬੱਚਾ ਐਵੇਂ ਸੋਚਦਾ ਕਿ ਹੁਣ ਮੈਂ ਬਹੁਤ ਵੱਡਾ ਹੋ ਗਿਆ। ਉਹ ਕਈ ਵਾਰੀ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਮੈਂ ਹੁਣ ਵੱਡਾ ਹੋ ਗਿਆ, ਪਹਿਲਾਂ ਮੈਂ ਛੋਟਾ ਸੀ ਹੁਣ ਵੱਡਾ ਹੋ ਗਿਆ। ਇਸੇ ਤਰ੍ਹਾਂ ਹੀ ਭਾਈ ਜੇਠਾ ਜੀ ਨੇ ਸੋਚਿਆ ਤੇ ਮਨ ਦੇ ਵਿੱਚ ਸੋਚਦੇ ਨੇ ਕਿ ਹੁਣ ਮੈਂ ਵੱਡਾ ਹੋ ਗਿਆ, ਕਿਉਂ ਨਾ ਹੋਵੇ ਕਿ ਹੁਣ ਪਿਤਾ ਦੇ ਨਾਲ ਘਰ ਦੇ ਥੋੜੇ ਥੋੜੇ ਕੰਮਾਂ ਦੇ ਵਿੱਚ ਹੱਥ ਵਟਾਵਾਂ ਕਰਾਂ। ਪਿਤਾ ਨੂੰ ਲੰਬਾ ਸਮਾਂ ਹੋ ਗਿਆ ਹੈ, ਉਹ ਇਕੱਲੇ ਹੀ ਘਰ ਦਾ ਕਾਰਜ ਵੀ ਕਰਦੇ ਨੇ, ਫਿਰ ਦੁਕਾਨ ਤੇ ਵੀ ਜਾਂਦੇ ਨੇ, ਤੇ ਕਿਉਂ ਨਾ ਹੋਵੇ ਮੈਂ ਥੋੜਾ ਬਹੁਤਾ ਕੰਮ ਕਰਾਉਣਾ ਸ਼ੁਰੂ ਕਰਾਂ। ਇੱਕ ਦਿਨ ਐਸਾ ਆਇਆ, ਅੱਜ ਅੰਮ੍ਰਿਤ ਵੇਲੇ ਭਾਈ ਜੇਠਾ ਜੀ ਉੱਠੇ। ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਨਾਮ ਹੈ। ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੀ ਵਿਚਾਰ ਕਰ ਰਹੇ ਹਾਂ, ਧਿਆਨ ਵਿੱਚ ਰੱਖਿਓ। ਅੱਜ ਇੱਕ ਦਿਨ ਐਸਾ ਆਇਆ, ਅੰਮ੍ਰਿਤ ਵੇਲੇ ਉੱਠੇ, ਸੋਚਿਆ ਅੱਜ ਪਿਤਾ ਦੇ ਉੱਠਣ ਤੋਂ ਪਹਿਲਾਂ ਮੈਂ ਘਰ ਦੇ ਕਈ ਕੰਮ ਜਿਹੜੇ ਨੇ ਉਹ ਨਿਬੇੜ ਕੇ ਅੱਜ ਪਿਤਾ ਨੂੰ ਬਾਅਦ ਵਿੱਚ ਜਗਾਣਾ। ਪਿਤਾ ਕਿੰਨਾ ਖੁਸ਼ ਹੋਵੇਗਾ ਕਿ ਅੱਜ ਮੇਰੇ ਬੱਚੇ ਨੇ ਮੇਰੇ ਉੱਠਣ ਤੋਂ ਪਹਿਲਾਂ ਘਰ ਦੇ ਕੰਮ ਕਰ ਦਿੱਤੇ ਨੇ। ਘਰ ਦੇ ਸਾਰੇ ਕੰਮ ਨਿਬੇੜੇ। ਦੂਰ ਤੋਂ ਪਿਤਾ ਨੂੰ ਆਵਾਜ਼ ਮਾਰੀ, ਪਿਤਾ ਜੀ ਉਠੋ, ਆ ਦੇਖੋ ਮੈਂ ਤੁਹਾਡੇ ਉੱਠਣ ਤੋਂ ਪਹਿਲਾਂ ਹੀ ਅੱਜ ਘਰ ਦੇ ਕਈ ਕੰਮ ਨਿਬੇੜ ਦਿੱਤੇ ਨੇ। ਪਿਤਾ ਦੀ ਅੱਗੋਂ ਕੋਈ ਆਵਾਜ਼ ਨਹੀਂ ਆਈ। ਥੋੜੀ ਜੀ ਕੋਲ ਹੋ ਕੇ ਫੇਰ ਆਵਾਜ਼ ਮਾਰੀ, ਕਹਿਣ ਲੱਗੇ ਪਿਤਾ ਜੀ ਉਠੋ, ਅੱਜ ਮੈਂ ਤੁਹਾਡੇ ਕਈ ਕੰਮ ਜਿਹੜੇ ਨੇ ਉਹ ਨਿਬੇੜ ਦਿੱਤੇ ਨੇ। ਪਿਤਾ ਨੂੰ ਵਾਰ-ਵਾਰ ਆਵਾਜ਼ਾਂ ਮਾਰਦੇ ਨੇ ਪਰ ਅੱਗੋਂ ਕੋਈ ਨਹੀਂ ਆਵਾਜ਼ ਆ ਰਹੀ, ਕਿਉਂਕਿ ਪਿਤਾ ਤਾਂ ਉੱਥੇ ਹੈ ਨਹੀਂ, ਪਿਤਾ ਇਸ ਦੁਨੀਆ ਤੋਂ ਜਾ ਚੁੱਕੇ ਨੇ। ਪਰ ਭਾਈ ਜੇਠਾ ਜੀ ਵਾਰ-ਵਾਰ ਆਵਾਜ਼ਾਂ ਮਾਰਦੇ ਤੇ ਤਰਲੇ ਲੈਂਦੇ ਨੇ, ਪਿਤਾ ਜੀ ਤੁਸੀਂ ਮੈਨੂੰ ਇੱਕ ਆਵਾਜ਼ ਮਾਰਦੇ ਹੋ ਤੇ ਮੈਂ ਉੱਠ ਕੇ ਬਹਿ ਜਾਣਾ। ਪਿਤਾ ਅੱਜ ਮੈਂ ਕਿੰਨੀਆਂ ਆਵਾਜ਼ਾਂ ਮਾਰ ਦਿੱਤੀਆਂ, ਤੁਸੀਂ ਉੱਠ ਨਹੀਂ ਰਹੇ। ਸੋਚਿਆ ਮਨ ਦੇ ਵਿੱਚ ਕਿ ਹੋ ਸਕਦਾ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ, ਪਿਤਾ ਮੇਰੇ ਨਾਲ ਕਿਤੇ ਨਾਰਾਜ਼ ਨਾ ਹੋਵੇ। ਮੈਂ ਜਾ ਕੇ ਪਿਤਾ ਨੂੰ ਗੱਲ ਵਕੜੀ ਪਾ ਕੇ ਕਹਿਣਾ, ਪਿਤਾ ਜੀ ਮੈਂ ਅੱਜ ਘਰ ਦੇ ਕਈ ਕੰਮ ਕਰ ਦਿੱਤੇ ਨੇ ਤੇ ਪਿਤਾ ਨੇ ਖੁਸ਼ ਹੋ ਕੇ ਮੈਨੂੰ ਆਪਣੀ ਗੱਲ ਵਕੜੀ ਵਿੱਚ ਲੈ ਲੈਣਾ। ਕਦੇ ਵਿਚਾਰ ਕੇ ਦੇਖਿਓ, ਘਰ ਦੇ ਵਿੱਚ ਦੋਨਾਂ ਦਾ ਹੀ ਜ਼ਿਕਰ ਹੈ, ਪਿਤਾ ਹਰਦਾਸ ਤੇ ਭਾਈ ਜੇਠਾ ਜੀ ਦਾ ਜ਼ਿਕਰ ਹੈ, ਕੋਈ ਤੀਸਰੇ ਮਨੁੱਖ ਦਾ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਆਇਆ। ਅੱਜ ਕੇਵਲ ਤੇ ਕੇਵਲ ਭਾਈ ਜੇਠੇ ਦਾ ਸਹਾਰਾ, ਜਿਹੜਾ ਦੁਨੀਆ ਦੇ ਅੰਦਰ ਪਿਤਾ ਸੀ, ਜਦੋਂ ਜਾ ਕੇ ਮੂੰਹ ਤੋਂ ਕੱਪੜਾ ਲਾਇਆ ਤਾਂ ਦੇਖਿਆ ਕਿ ਉਹੀ ਹਾਲਤ ਦੇ ਵਿੱਚ, ਜਿਹੜੀ ਹਾਲਤ ਦੇ ਵਿੱਚ ਅੱਜ ਤੋਂ 5 ਸਾਲ ਪਹਿਲਾਂ ਮਾਂ ਦਇਆ ਕੌਰ ਜੀ ਨੂੰ ਦੇਖਿਆ ਸੀ, ਉਹੀ ਹਾਲਤ ਦੇ ਵਿੱਚ ਅੱਜ ਪਿਤਾ ਨੂੰ ਵੀ ਦੇਖਿਆ। ਭੁੱਬਾਂ ਨਿਕਲ ਗਈਆਂ, ਕਹਿਣ ਲੱਗੇ ਉਹ ਪਿਤਾ ਮਾਂ ਗਈ ਸੀ, ਉਹ ਤੇਰੇ ਹੱਥ ਵਿੱਚ ਮੇਰੀ ਬਾਹ ਫੜਾ ਕੇ ਗਈ ਸੀ। ਪਿਤਾ ਅੱਜ ਤੂੰ ਦੱਸ ਮੈਨੂੰ, ਤੂੰ ਮੇਰੀ ਬਾਹ ਅੱਜ ਕਿਹਦੇ ਹੱਥ ਵਿੱਚ ਫੜਾ ਕੇ ਚੱਲਿਆ? ਅੱਜ 7 ਸਾਲ ਦੀ ਉਮਰ ਏ। ਬੱਚੇ ਨੂੰ ਰੋਂਦਿਆਂ ਕਰਲਾਉਂਦਿਆਂ ਦੇਖ ਕੇ ਆਂਢ ਗੁਆਂਢ, ਪਿੰਡ ਵਾਲੇ, ਨਗਰ ਵਾਲੇ ਘਰ ਦੇ ਵਿੱਚ ਇਕੱਤਰ ਹੋਏ ਤੇ ਭਾਈ ਜੇਠੇ ਨੂੰ ਕਹਿਣ ਲੱਗੇ ਕਿ ਜੇਠਿਆ ਅੱਜ ਤੇਰਾ ਪਿਤਾ ਤੈਨੂੰ 7 ਸਾਲ ਦਾ ਕਰਕੇ ਅੱਜ ਉਹ ਵੀ ਇਸ ਸੰਸਾਰ ਤੋਂ, ਇਸ ਦੁਨੀਆ ਤੋਂ ਚਲਾ ਗਿਆ। ਹੁਣ ਤੁਸੀਂ ਇੱਥੇ ਵਿਚਾਰ ਕੇ ਕਦੇ ਦੇਖਿਓ ਕਿ ਜਿਹੜੇ ਬੱਚੇ ਦੇ 7 ਸਾਲ ਦੀ ਉਮਰ ਦੇ ਵਿੱਚ ਮਾਤਾ ਪਿਤਾ ਚੜ੍ਹਾਈ ਕਰ ਜਾਣ, ਬੱਚਾ ਯਤੀਮ ਹੋ ਜਾਵੇ,
ਤੇ ਉਹ ਬੱਚਿਆਂ ਦੀ ਕਦੇ ਹਾਲਤ ਦੇਖਣਾ ਤੁਸੀਂ ਦੁਨੀਆ ਦੇ ਅੰਦਰ ਕੀ ਹੁੰਦੀ। ਉਹ ਬੱਚੇ ਕਿਹੋ ਜਿਹਾ ਜੀਵਨ ਬਤੀਤ ਕਰਦੇ ਨੇ, ਕਿਹੋ ਜਿਹੇ ਬਣ ਜਾਂਦੇ ਨੇ ਦੁਨੀਆ ਦੇ ਅੰਦਰ। ਪਰ ਸਤਿਗੁਰਾਂ ਦੀ ਉਸਤਤ ਦੇ ਵਿੱਚ ਜਿਹੜੇ ਬਚਨ ਕੀਤੇ ਨਾ ਪਾਵਨ ਬਾਣੀ ਦੇ, ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਿੰਨੇ ਸਵਾਰਿਆ। ਦੁਨੀਆ ਦੇ ਵਿੱਚ ਕਿਸੇ ਦੀ ਮਾਂ ਕਿਸੇ ਨੂੰ ਸਵਾਰਦੀ ਹੈ, ਕਿਸੇ ਦਾ ਪਿਤਾ ਸਵਾਰਦਾ ਹੈ, ਕਿਸੇ ਦੇ ਭੈਣ ਭਰਾ ਸਾਕ ਸੰਬੰਧੀ ਸਵਾਰ ਦਿੰਦੇ ਨੇ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਨੂੰ ਸਵਾਰਨ ਵਾਲਾ ਕੇਵਲ ਤੇ ਕੇਵਲ ਇੱਕੋ ਇੱਕ ਸੱਚਾ ਸਤਿਗੁਰੂ ਹੈ। ਰਿਸ਼ਤੇਦਾਰ ਸਾਕ ਸੰਬੰਧੀ ਘਰ ਦੇ ਵਿੱਚ ਇਕੱਤਰ ਹੋਏ। ਅੱਜ ਪਹਿਲੀ ਵਾਲੀ ਅਵਸਥਾ ਜਿਹੜੀ ਸੀ, ਉਸੇ ਅਵਸਥਾ ਵਿੱਚ ਆ ਕੇ ਆਪਣੇ ਹੱਥਾਂ ਦੇ ਨਾਲ ਪਿਤਾ ਦਾ ਅੰਤਮ ਸੰਸਕਾਰ ਕੀਤਾ, ਸਾਰੇ ਕਿਰਿਆ ਕਰਮ ਕੀਤੇ। ਹੁਣ ਕੇਵਲ ਤੇ ਕੇਵਲ ਇਤਿਹਾਸ ਦੇ ਵਿੱਚ ਨਾਨੀ ਮਾਂ ਦਾ ਸਹਾਰਾ ਹੈ। ਉਹਨਾਂ ਨੇ ਵੀ 10-12 ਦਿਨ ਉਸ ਥਾਂ ਦੇ ਉੱਤੇ ਭਾਈ ਜੇਠਾ ਜੀ ਦੇ ਘਰ ਦੇ ਵਿੱਚ ਬਤੀਤ ਕੀਤੇ ਨੇ। 10-12 ਦਿਨ ਬਤੀਤ ਹੋਣ ਤੋਂ ਬਾਅਦ ਦੇ ਵਿੱਚ ਆਵਾਜ਼ ਮਾਰੀ, ਕਹਿਣ ਲੱਗੀ, ਜੇਠਿਆ ਆ ਜਿੰਨੇ ਕੁ ਤੇਰੇ ਕੋਲ ਕੱਪੜੇ ਹੈ ਨੇ ਨਾ, ਇਹਨਾਂ ਨੂੰ ਇੱਕ ਝੋਲੇ ਦੇ ਵਿੱਚ ਪਾ ਲੈ, ਆਪਾਂ ਇੱਥੋਂ ਚਲੇ ਜਾਣਾ ਹੈ। ਨਾਨੀ, ਆਪਾਂ ਕਿੱਥੇ ਜਾਣਾ ਹੈ? ਇਹ ਘਰ ਆਪਣਾ, ਆਪਾਂ ਇਸੇ ਥਾਂ ਤੇ ਰਹਿੰਦੇ ਆ ਨਾ। ਨਾਨੀ ਦੀਆਂ ਭੁੱਬਾਂ ਨਿਕਲੀਆਂ। ਨਾਨੀ ਕਹਿਣ ਲੱਗੀ, ਪੁੱਤ ਵੇ, ਅੱਜ ਮੈਨੂੰ 10-12 ਦਿਨ ਹੋ ਗਏ, ਮੈਂ ਉਡੀਕ ਕਰ ਰਹੀ ਸੀ ਇਸ ਨਗਰ ਦੇ ਵਿੱਚੋਂ ਕੋਈ ਤੇਰਾ ਚਾਚਾ ਤਾਇਆ ਆਵੇ, ਕੋਈ ਨਗਰ ਦੇ ਵਿੱਚੋਂ ਕੋਈ ਐਸਾ ਮੁਖੀ ਨਗਰ ਦਾ ਆਵੇ, ਕੋਈ ਤੇਰਾ ਹੋਰ ਰਿਸ਼ਤੇਦਾਰ ਸਾਕ ਸੰਬੰਧੀ ਆਵੇ ਤੇ ਆ ਕੇ ਤੇਰੀ ਬਾਹ ਫੜੇ ਤੇ ਕਹੇ ਕਿ ਜਿੱਥੇ ਮੇਰੇ ਬੱਚੇ ਪ੍ਰਸ਼ਾਦਾ ਛਕਦੇ ਨੇ, ਉੱਥੇ ਜੇਠਾ ਵੀ ਪ੍ਰਸ਼ਾਦਾ ਛਕੀ ਜਾਏਗਾ। ਪਰ ਪੁੱਤ ਵੇ, ਤੈਨੂੰ ਲੈਣ ਕੋਈ ਨਹੀਂ ਆਇਆ। ਅੱਜ 10-12 ਦਿਨ ਬਤੀਤ ਹੋ ਗਏ ਨੇ, ਆਪਾਂ ਚਲੇ ਜਾਣਾ ਹੈ, ਤੇਰੇ ਨਾਨਕੇ ਪਿੰਡ ਜਾ ਕੇ ਅਸੀਂ ਆਪਣਾ ਵਸੇਬਾ ਕਰਾਂਗੇ। ਪੁੱਤ ਵੇ, ਹਾਲਾਤ ਉੱਥੇ ਵੀ ਕੋਈ ਜ਼ਿਆਦੇ ਚੰਗੇ ਨਹੀਂ। ਜੇ ਕੋਈ ਤੇਰਾ ਕਿਤੇ ਨਾਨਾ ਹੁੰਦਾ ਜਾਂ ਤੇਰਾ ਮਾਮਾ ਹੁੰਦਾ ਤੇ ਹੋ ਸਕਦਾ ਤੇਰੇ ਜੀਵਨ ਨੂੰ ਸਵਾਰ ਦਿੰਦਾ, ਪਰ ਉੱਥੇ ਵੀ ਹਾਲਾਤ ਇਸੇ ਹੀ ਤਰ੍ਹਾਂ ਦੇ ਨੇ। ਅੱਜ ਜਦੋਂ ਝੋਲੇ ਵਿੱਚ ਕੱਪੜੇ ਪਾ ਕੇ ਘਰੋਂ ਨਿਕਲੇ, ਘਰ ਨੂੰ ਤਾਲਾ ਲਗਾਇਆ ਤੇ ਨਾਨੀ ਮਾਂ ਦੇ ਨਾਲ ਬਚਨ ਕੀਤੇ, ਕਹਿਣ ਲੱਗੇ, ਮਾਂ, ਅੱਜ ਘਰ ਨੂੰ ਤਾਲਾ ਲਗਾ ਦਿੱਤਾ, ਦਰਵਾਜ਼ਾ ਬੰਦ ਕਰ ਦਿੱਤਾ ਹੈ। ਮਾਂ, ਇਹ ਘਰ ਖੁੱਲੇਗਾ ਕਦੋਂ? ਇਹ ਦਰਵਾਜ਼ਾ ਖੁੱਲੇਗਾ ਕਦੋਂ? ਨਾਨੀ ਮਾਂ ਦੀਆਂ ਅੱਖਾਂ ਦੇ ਵਿੱਚੋਂ ਜਲ ਵਹਿ ਰਿਹਾ ਹੈ ਤੇ ਨਾਨੀ ਮਾਂ ਨੇ ਉਸ ਰੱਬ ਜੀ ਨੂੰ, ਅਕਾਲ ਪੁਰਖ ਨੂੰ ਯਾਦ ਕਰਕੇ ਕਿਹਾ, ਪੁੱਤ ਵੇ, ਇਹ ਦਰਵਾਜ਼ਾ ਜਿਸ ਨੇ ਬੰਦ ਕੀਤਾ ਹੈ, ਹੁਣ ਉਹ ਹੀ ਜਾਣਦਾ ਹੈ ਕਿ ਇਹ ਦਰਵਾਜ਼ਾ ਖੁੱਲੇਗਾ ਕਦੋਂ। ਨਾਨੀ ਮਾਂ ਆਪਣੀ ਉਂਗਲ ਦੇ ਨਾਲ ਲਾ ਕੇ ਆਪਣੇ ਦੋਤਰੇ ਨੂੰ ਆਪਣੇ ਘਰ ਦੇ ਵਿੱਚ ਬਾਸਰ ਕੇ ਗਿੱਲਾਂ ਨਗਰ ਵਿੱਚ ਲੈ ਕੇ ਆਏ। ਘਰ ਦੇ ਵਿੱਚ ਕੁਝ ਦਿਨ ਬਤੀਤ ਕੀਤੇ ਤੇ ਬਾਹਰ ਗਲੀ ਦੇ ਵਿੱਚ ਬੱਚਿਆਂ ਦੀਆਂ ਖੇਡਣ ਦੀਆਂ ਆਵਾਜ਼ਾਂ ਹੁੰਦੀਆਂ ਨੇ ਤੇ ਨਾਨੀ ਮਾਂ ਨੂੰ ਬੇਨਤੀ ਕਰਦੇ ਨੇ ਕਿ ਮਾਂ, ਮੈਂ ਵੀ ਬਾਹਰ ਜਾ ਕੇ ਬੱਚਿਆਂ ਦੇ ਨਾਲ ਖੇਡਾਂ। ਵੇਖੋ, ਇੱਕ ਬੇਨਤੀ ਕਰਦਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਜੀਵਨ ਇਸ ਤਰ੍ਹਾਂ ਦਾ ਹੈ, ਭਾਵੇਂ ਅਸੀਂ ਕਈ ਵਾਰੀ ਵਿਚਾਰ ਚੁੱਕੇ ਹਾਂ। ਪਹਿਲਾਂ ਕਈ ਵਾਰੀ ਹੁੰਦਾ ਕਿ ਬਾਹਰੀ ਤੌਰ ਤੇ ਕੋਈ ਗੱਲ ਹੋਵੇ ਨਾ, ਇੱਕ ਵਾਰੀ ਸੁਣ ਕੇ, 2 ਵਾਰੀ ਸੁਣ ਕੇ ਸਾਡੇ ਮਨ ਦੇ ਵਿੱਚ ਕਈ ਵਾਰੀ ਮਨ ਤੋਂ ਚੜ ਜਾਂਦੀ ਹੈ ਵੀ ਆਹ ਗੱਲ ਵਾਰ-ਵਾਰ ਸੁਣੀਏ। ਪਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਐਸਾ ਹੈ, ਇਹਨੂੰ ਭਾਵੇਂ ਇੱਕ ਦਿਨ ਦੇ ਵਿੱਚ ਕਈ ਵਾਰੀ ਪੜ੍ਹ ਕੇ ਦੇਖੋ, ਤੁਹਾਨੂੰ ਜਿਵੇਂ ਜਿਵੇਂ ਪੜ੍ਹੋਗੇ ਉਵੇਂ ਉਵੇਂ ਜੀਵਨ ਦੇ ਅੰਦਰ ਆਨੰਦ ਭਰਨਾ ਹੈ। ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ, ਇਹ ਗੁਰੂ ਸਾਹਿਬ ਜੀ ਦਾ ਜੀਵਨ ਇਤਿਹਾਸ ਹੈ। ਤੇ ਜੇ ਕਿਤੇ ਮਨ ਡਿੱਗ ਜਾਏ ਨਾ, ਪੜ੍ਹਦਿਆਂ ਪੜ੍ਹਦਿਆਂ ਜਾਂ ਸੁਣਦਿਆਂ ਜਾਂ ਵਿਚਾਰਦਿਆਂ ਤੇ ਸੱਚ ਜਾਣਿਓ, ਜੇ ਕਿਤੇ ਗੁਰੂ ਰਾਮਦਾਸ ਮਹਾਰਾਜ ਜੀ ਦਿਆਲ ਹੋ ਜਾਣਾ, ਤੇ ਮੈਂ ਪਿਛਲੇ ਦੀਵਾਨਾਂ ਵਿੱਚ ਵੀ ਬੇਨਤੀ ਕਰਦਾ ਕਿ ਗੁਰੂ ਪਾਤਸ਼ਾਹੀਆਂ ਬਖਸ਼ਿਸ਼ ਕਰ ਦਿੰਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹੀਆਂ ਬਖਸ਼ਿਸ਼ ਕਰ ਦਿੰਦਾ ਹੈ, ਮਨ ਦਾ ਬਾਦਸ਼ਾਹ ਬਣਾ ਦਿੰਦਾ ਹੈ। ਮਾਂ ਨੂੰ ਕਹਿਣ ਲੱਗੇ, ਮਾਂ,
मैं बाहर गली दे विच जाके बच्चियां दे नाल खेड लवां। नानी मां कहन लगी पुੱਤ वे हुण अपने जीवन दे विचों उदासियां त्याग दे, जेड़ा अगला जीवन है वो सानू दोनों जणियां नू एक दूसरे दा सहारा है। तुसीं विचार के देखियो, जेड़ा दुखिया होवे ना ते दुखिए दा दर्द वो ही जानदा है। जेड़ा आप दुखी होवे ना, अगले दुखिए का दर्द वो ही जानता है, उन्होंने समझ लगती है कि ये कितना दुखी हो सकता है। अज नानी मां भी बजुर्ग अवस्था दे विच नदी किनारे का रुखड़ा है ते उधरों 7 साल की उम्र के भाई जेठा जी बचपन दे विच ने। दोनों नू एक चंगे सहारे की जरूरत है, जेड़े के सहारे सारे दे सारे बाहरी तौर पर खत्म हो चुके हैं। नानी मां ने कहा पुੱਤ वे अपने जीवन दे विचों उदासियां त्याग, अपने जीवन नू हुण सुचज्जा बना, अपनी सुरत नू बदल जा। बाहर बच्चे खेड रहे तू भी खेड के आ। नानी मां दा हुक्म मन के बच्चियां दे नाल खेडण गए। नानी मां घर दे कम्मां काजां दे विच लग गए। कुछ कुछ समा बतीत होया ते भाई जेठा जी बाहरों आके विहड़े विच डठी होए मंजे उत्ते आके कल्ले ही बैठे ने। अचानक नानी मां का ध्यान पिया, आके नानी मां ने गल बकड़ी दे विच लिया ते गल बकड़ी विच लैके कहन लगे जेठिया पुੱਤ वे तू ते बाहर खेडण गया सी बच्चियां दे नाल। कहन लगे मां बच्चियां दे नाल खेडण तां गया सी, पर उन्हां दियां मावां उस स्थान ते आ गईयां, मैनूं खेडण ही नहीं दिता। कह लगी पुੱਤ वे कोई गल नहीं, तू अजे नवा नवा इस स्थान ते आया ना, जिमें जिमें तेरी वाकफी होगी उवें उवें तेरे मित्र बन जाणगे। कह लगे मां बच्चे ते मेरे मित्र बनन नूं तैयार सन, उन्हां ने मैनूं खिडा भी लिया सी, पर उन्हां दियां उत्थे मावां आ गईयां, अपने अपने बच्चियां नूं बांह फड़ के अपने घरां दे विच लै गईयां। मां मैं अपने कन्नां दे नाल सुनिया वो कह रही सन जेठे दे नाल नहीं खेडना, ਇਹਦੇ ਮੂੰਹ नहीं लगना, ये जदों दा पैदा होया इन्हें अपना घर उजाड़ दिता है, इन्हें अपने माता पिता खत्म कर दिते ने, ਇਹਦੇ नाल नहीं खेडना। मां मैनू दस मेरा मूँह इन्ना माड़ा है। नानी दियां भुब्बां निकलियां ते गल बकड़ी विच लैके कहन लगी पुੱਤ वे कोई गल नहीं, वो अजे तेनू जानते नहीं ना, तेनू जानते नहीं ना, हो सकता है उन्हां दे मूँह माड़े होण ते तेरा मूँह उन्हां दे नालों कई गुणा चंगा होवे। मैं हर वारी बेनती करदा कि ऐसी अरदास करन वास्ते ना जिद्दां दा उस मां दा हिरदा सी, किवें जिद्दां उन्हां ने जुड़ के किते अरदास बेनती उस अकाल पुरख दे चरनां विच कीती ते आगे दात मंगिया करिए कि सतगुरु जी सानू अरदास करन दी जाच आ जावे, किते ऐसी सुरत बन जावे कि ओ मां ने जेड़ी अरदास बेनती कीती गल बकड़ी विच लैके कहन लगी पुੱਤ वे हो सकदा है कल नू तेरे उत्ते अकाल पुरख दी ऐसी रहमत हो जावे, तेरे ते गुरु नानक साहब इन्ने दयाल हो जान जेड़े अज तेनू कहिंदे ने तेरे मूँह नहीं लगना, कल नू तेरा दर्शन करन वास्ते, कल नू तेरे दीदार करन वास्ते तेरे दर ते खलो खलो के तरले लैन ते वाजा देण के पातशाह तू सानू अपना दर्शन दे, अपना दीदार दे। आके तेरे दर दे उत्ते बेनतियां करन ते बेनती तां कीती है, पता नहीं वो मां ने किहड़े हिरदे दे नाल अरदास बेनती उस प्रभु जी दे चरनां दे विच कर दित्ती। तुसीं अज कदे विचार के देखियो कि गुरु ग्रंथ साहिब महाराज जी का प्रकाश तां हर एक गुरुद्वारा साहब विच हुंदा है और बाणी भी सारी दी सारी ओही है, पर धन गुरु रामदास महाराज जी दे घर दे विच नेता प्रति तुसी अज देखो लखां दी गिनती विच संगतां जुड़ियां ने उत्थे ते सारी सारी रात
ਸਿੱਖ ਦੀ ਵਿਲਕਦਿਆਂ ਬਤੀਤ ਹੁੰਦੀ ਏ, ਬਾਣੀ ਪੜ੍ਹਦਿਆਂ ਤਰਲੇ ਲੈਂਦਿਆਂ ਦੀ ਬਤੀਤ ਹੁੰਦੀ ਏ। ਤੇ ਉੱਥੇ ਸੰਗਤਾਂ ਬਹਿ ਬਹਿ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ, ਬਾਣੀ ਦੇ ਸ਼ਬਦ ਉਚਾਰਦੀਆਂ ਨੇ। ਦਰ ਮਾਧੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਬਾਰ ਬਾਰ ਬੇਨਤੀਆਂ ਕਰਦੇ ਨੇ ਕਿ ਪਾਤਸ਼ਾਹ ਕਿਰਪਾ ਕਰ, ਆਪਣੇ ਦਰਵਾਜ਼ੇ ਖੋਲ ਕੇ ਸਾਨੂੰ ਦੀਦਾਰੇ ਦੇ, ਸਾਨੂੰ ਦਰਸ਼ਨ ਦੇ। ਕੁਝ ਦਿਨ ਬਤੀਤ ਹੋਏ, ਨਾਨੀ ਮਾਂ ਨੇ ਆਪਣੇ ਪੁੱਤ ਨੂੰ ਕਾਰਜ ਵਿੱਚ ਲਾਉਣ ਵਾਸਤੇ, ਇਦਾਂ ਕਹਿ ਲਈਏ ਕਿ ਇਹਦੇ ਜੀਵਨ ਵਿੱਚ ਕੁਝ ਤਬਦੀਲੀ ਆਵੇ, ਕਿਸੇ ਨਾ ਕਿਸੇ ਪਾਸੇ ਕਿਸੇ ਨਾ ਕਿਸੇ ਕਾਰਜ ਤੇ ਲੱਗੇ, ਤੇ ਨਾਲ ਘਰ ਦਾ ਜਿਹੜਾ ਖਰਚਾ ਹੈ ਉਹ ਵੀ ਚੱਲੀ ਜਾਏ। ਭਲੀ ਭਾਂਤ ਜਾਣਦੇ ਹੋ, ਮਾਂ ਨੇ ਘਰੋਂ ਘੁੰਗਣੀਆਂ ਬਣਾ ਕੇ ਦੇਣੀਆਂ, ਤੇ ਭਾਈ ਜੇਠਾ ਜੀ ਨੇ ਸਿਰ ਦੇ ਉੱਤੇ ਘੁੰਗਣੀਆਂ ਵਾਲਾ ਟੋਕਰਾ ਚੁੱਕ ਕੇ ਤੇ ਬਾਹਰ ਗਲੀ ਵਿੱਚ ਜਾ ਕੇ ਘੁੰਗਣੀਆਂ ਵੇਚ ਕੇ ਆਉਣੀਆਂ। ਇੱਕ ਦਿਨ ਐਸਾ ਆਇਆ, ਸਮੇਂ ਨੇ ਕਰਵਟ ਖਾਣੀ ਸੀ, ਉਸ ਅਕਾਲ ਪੁਰਖ ਦੀ ਰਹਿਮਤ ਹੋਣੀ ਸੀ, ਉਹ ਮਾਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋਣੀਆਂ ਸੀ। ਮਾਂ ਦਇਆ ਕੌਰ ਦੇ ਕੀਤੇ ਹੋਏ ਬਚਨ ਬਹੁਤ ਵੱਡਾ ਬਣਾਉਣ ਵਾਸਤੇ ਪੂਰਨ ਹੋਣੇ ਸੀ। ਇੱਕ ਦਿਨ ਘਰ ਦੇ ਵਿੱਚੋਂ ਨਿਕਲੇ, ਸਿਰ ਦੇ ਉੱਤੇ ਘੁੰਗਣੀਆਂ ਵਾਲਾ ਟੋਕਰਾ, ਤੇ ਬੜੀ ਜਲਦੀ ਦੇ ਨਾਲ ਅੱਜ ਵਾਪਸ ਘਰ ਦੇ ਵਿੱਚ ਪਰਤ ਕੇ ਆ ਗਏ। ਮਾਂ ਨੇ ਪੁੱਛਿਆ, ਪੁੱਤ ਵੇ ਤੂੰ ਤੇ ਸਵੇਰੇ ਜਾਂਦਾ ਸੀ ਤੇ ਸ਼ਾਮ ਤੱਕ ਆਉਂਦਾ ਸੀ, ਅੱਜ ਬੜੀ ਛੇਤੀ ਆ ਗਿਆ। ਭਾਈ ਜੇਠਾ ਜੀ ਕਹਿਣ ਲੱਗੇ, ਨਾਨੀ ਮਾਂ ਅੱਜ ਮੈਨੂੰ ਇੱਕ ਗਾਹਕ ਇਸ ਤਰ੍ਹਾਂ ਦਾ ਸ਼ਾਹੂਕਾਰ ਟੱਕਰ ਗਿਆ, ਜਿਨੇ ਮਾਂ ਮੇਰੀਆਂ ਸਾਰੀਆਂ ਘੁੰਗਣੀਆਂ ਹੀ ਖਰੀਦ ਲਈਆਂ। ਮਾਂ ਨੇ ਹੈਰਾਨ ਹੋ ਕੇ ਬਚਨ ਕੀਤੇ, ਕਹਿਣ ਲੱਗੀ, ਪੁੱਤ ਵੇ ਘੁੰਗਣੀਆਂ ਤਾਂ ਗਰੀਬ ਲੋਕ ਖਾਂਦੇ ਨੇ ਨਾ, ਘੁੰਗਣੀਆਂ ਤਾਂ ਗਰੀਬ ਲੋਕ ਖਾਂਦੇ ਨੇ ਤੇ ਵੇਚਦੇ ਵੀ ਗਰੀਬ ਲੋਕ ਨੇ। ਕਿਹੜਾ ਸ਼ਾਹੂਕਾਰ ਸੀ ਐਸਾ ਜਿਨੇ ਤੇਰੀਆਂ ਸਾਰੀਆਂ ਘੁੰਗਣੀਆਂ ਖਰੀਦ ਲਈਆਂ? ਕਹਿਣ ਲੱਗੇ, ਮਾਂ ਉਹਨੇ ਧਨ ਵੀ ਮੈਨੂੰ ਇੰਨਾ ਦਿੱਤਾ, ਉਹਨੇ ਧਨ ਵੀ ਮੈਨੂੰ ਇੰਨਾ ਦਿੱਤਾ ਮਾਂ, ਮੇਰੇ ਕੋਲੋਂ ਸੰਭਾਲਿਆ ਨਹੀਂ ਗਿਆ। ਨਾਨੀ ਮਾਂ ਨੇ ਕਿਹਾ, ਪੁੱਤ ਵੇ ਲਿਆ ਦੇ, ਮੈਨੂੰ ਰੋਜ਼ ਲਿਆ ਕੇ ਦੇਣਾ। ਅੱਜ ਨਾਨੀ ਇੰਨੇ ਪੈਸੇ ਲਿਆਂਦੇ ਨੇ, ਅੱਜ ਨਹੀਂ ਦਿੱਤੇ। ਕਹਿਣ ਲੱਗੇ, ਨਾਨੀ ਅੱਜ ਉਹ ਧਨ ਨਹੀਂ ਮਿਲਿਆ। ਕਹਿਣ ਲੱਗੇ, ਨਾਨੀ ਮਾਂ ਸੱਚ ਜਾਣੀ, ਜਦੋਂ ਮੈਂ ਘਰ ਦੇ ਵਿੱਚੋਂ ਨਿਕਲਦਾ ਸੀ, ਬਾਹਰ ਗਲੀਆਂ ਵਿੱਚ ਜਾਂਦਾ ਸੀ, ਲੋਕਾਂ ਦੇ ਘਰਾਂ ਦੇ ਵਿੱਚੋਂ ਆਵਾਜ਼ ਆਉਂਦੀ ਸੀ, ਕੋਈ ਮਾਂ ਆਵਾਜ਼ ਮਾਰਦੀ ਆ ਆਪਣੇ ਪੁੱਤ ਨੂੰ, ਪੁੱਤ ਵੇ ਆ ਮੈਂ ਤੇਰਾ ਜੂੜਾ ਕਰਦੀ ਆ। ਕੋਈ ਆਪਣੇ ਪੁੱਤ ਨੂੰ ਆਵਾਜ਼ ਮਾਰਦੀ ਏ, ਪੁੱਤ ਵੇ ਉੱਠ ਮੈਂ ਤੈਨੂੰ ਇਸ਼ਨਾਨ ਕਰਵਾ ਦਿਆਂ। ਕੋਈ ਪਿਤਾ ਆਪਣੇ ਬੱਚਿਆਂ ਨੂੰ ਆਵਾਜ਼ਾਂ ਮਾਰਦਾ, ਪੁੱਤ ਵੇ ਆ ਮੇਰੇ ਨਾਲ ਬੈਠ ਕੇ ਪ੍ਰਸ਼ਾਦਾ ਛਕ ਲੈ। ਮਾਂ ਸੱਚ ਜਾਣੀ, ਲੋਕਾਂ ਦੀਆਂ ਆਵਾਜ਼ਾਂ ਸੁਣ ਸੁਣ ਕੇ ਮੇਰੇ ਹਿਰਦੇ ਦੇ ਵਿੱਚੋਂ ਘੁੱਬਾਂ ਨਿਕਲਦੀਆਂ ਸੀ, ਤੇ ਮੈਂ ਉਸ ਰੱਬ ਦੇ ਅੱਗੇ ਬੇਨਤੀ ਕਰਦਾ ਸੀ ਕਿ ਰੱਬਾ ਮੈਨੂੰ ਪੁੱਤ ਕਹਿਣ ਵਾਲਾ ਪਿਤਾ, ਮੈਨੂੰ ਮਾਂ ਕਹਿਣ ਵਾਲਾ ਪੁੱਤ ਕਹਿਣ ਵਾਲੀ ਮਾਂ, ਤੂੰ ਇੰਨੀ ਛੇਤੀ ਕਿਉਂ ਲੈ ਗਿਆ? ਮੇਰਾ ਉਹਨਾਂ ਦੇ ਨਾਲੋਂ ਇੰਨੀ ਛੇਤੀ ਵਿਛੋੜਾ ਕਿਉਂ ਪਾ ਦਿੱਤਾ? ਅੱਜ ਦੁਨੀਆ ਦੇ ਵਿੱਚ ਮੈਨੂੰ ਕੋਈ ਪੁੱਤ ਕਹਿ ਕੇ ਨਹੀਂ ਬੁਲਾਉਂਦਾ, ਅੱਜ ਜਿਹੜਾ ਆਵਾਜ਼ ਮਾਰਦਾ ਭਾਈ ਜੇਠਾ ਕਹਿ ਕੇ ਆਵਾਜ਼ ਮਾਰਦਾ। ਮਾਂ ਸੱਚ ਜਾਣੀ, ਮੈਂ ਤੁਰਿਆ ਜਾ ਰਿਹਾ ਸੀ ਤੇ ਪਿੱਛੋਂ ਇੱਕ ਆਵਾਜ਼ ਆਈ, ਪੁੱਤ ਵੇ। ਤੇ ਨਾਨੀ ਮਾਂ ਸੱਚ ਜਾਣੀ, ਮੈਂ ਤੁਰਿਆ ਗਿਆ, ਮੈਂ ਸੋਚਿਆ ਮੈਨੂੰ ਕਿੰਨੇ ਪੁੱਤ ਕਹਿ ਕੇ ਆਵਾਜ਼ ਮਾਰਨੀ ਏ। ਨਾਨੀ ਮਾਂ ਮੈਂ ਤੁਰਿਆ ਗਿਆ, ਪਿੱਛੋਂ ਫੇਰ ਇੱਕ ਆਵਾਜ਼ ਆਈ, ਕਹਿਣ ਲੱਗੇ, ਉਹ ਘੁੰਗਣੀਆਂ ਵਾਲਿਆ ਪੁੱਤਰਾ ਮੈਂ ਤੈਨੂੰ ਬੁਲਾਇਆ। ਨਾਨੀ ਮਾਂ ਸੱਚ ਜਾਣੀ, ਜਦੋਂ ਉਹਨੇ ਘੁੰਗਣੀਆਂ ਵਾਲਾ ਪੁੱਤਰਾ ਵੇ ਕਿਹਾ, ਮੈਂ ਟੋਕਰਾ ਉੱਥੇ ਰੱਖ ਕੇ ਨਾਨੀ ਮਾਂ ਮੈਂ ਉਹਦੇ ਚਰਨਾਂ ਦੇ ਵਿੱਚ ਆ ਕੇ ਆਪਣਾ ਸੀਸ ਰੱਖ ਦਿੱਤਾ, ਤੇ ਉਹਨਾਂ ਨੇ ਮੈਨੂੰ ਹੁਕਮ ਕੀਤਾ, ਕਹਿਣ ਲੱਗੇ ਕਿ ਪੁੱਤ ਵੇ ਮੈਂ ਅੱਜ ਬਹੁਤ ਭੁੱਖਾ, ਮੈਨੂੰ ਭੁੱਖ ਲੱਗੀ ਏ। ਤੇ ਮੈਂ ਕਿਹਾ, ਬਾਬਾ ਜੀ ਤੁਸੀਂ ਘੁੰਗਣੀਆਂ ਛਕ ਲਓ। ਕਹਿਣ ਲੱਗੇ, ਪੁੱਤ ਸੱਚ ਜਾਣੀ, ਤੇਰੀ ਹਾਲਤ ਦੇਖ ਕੇ ਲੱਗਦਾ ਤੇ ਤੇਰੇ ਘਰ ਦਾ ਵੀ ਜਿਹੜਾ ਖਰਚਾ ਉਹ ਵੀ ਇਹਦੇ ਤੋਂ ਚੱਲਦਾ ਹੋਣਾ, ਪਰ ਅਸਲੀਅਤ ਇਹ ਅੱਜ ਮੇਰੇ ਕੋਲ ਵੀ ਪੈਸੇ ਨਹੀਂ। ਤੇ ਨਾਨੀ ਮਾਂ ਮੈਂ ਉਹਨਾਂ ਮਹਾਂਪੁਰਖਾਂ ਦੇ ਚਰਨ ਪਕੜ ਕੇ ਕਿਹਾ, ਮਾਂ ਕਿ ਬਾਬਾ ਜੀ ਜਿਹੜਾ ਧਨ ਤੁਸੀਂ ਦੇ ਦਿੱਤਾ, ਇਹ ਧਨ ਤਾਂ ਅੱਜ ਤੱਕ ਮੈਨੂੰ ਕਿਸੇ ਨੇ ਦਿੱਤਾ ਹੀ ਨਹੀਂ। ਜਿਹੜਾ ਧਨ ਅੱਜ ਤੁਸੀਂ ਦੇ ਦਿੱਤਾ ਨਾ, ਉਹ ਧਨ ਕਿਸੇ ਨੇ ਦਿੱਤਾ ਨਹੀਂ।
ਮਾਂ ਉਹ ਮਹਾਂਪੁਰਖ ਮੇਰੇ ਕੋਲ ਬੈਠੇ ਮੈਨੂੰ ਦੱਸਦੀ ਹੈ ਨਾ ਕਿ ਕੋਈ ਇੰਨੇ ਪੈਸੇ ਦੇਵੇ ਤੇ ਉਹਨੂੰ ਇੰਨੀਆਂ ਘੁੰਗਣੀਆਂ ਦੇਈ। ਮਾਂ ਉਹ ਪੁੱਤ ਪੁੱਤ ਕਹਿੰਦੇ ਰਹੇ, ਮੈਂ ਘੁੰਗਣੀਆਂ ਬੁੱਕ ਭਰ ਭਰ ਕੇ ਪਾਉਂਦਾ ਰਿਹਾ। ਕੁਝ ਹੋਰ ਵੀ ਆਏ, ਉਹਨਾਂ ਨੇ ਵੀ ਘੁੰਗਣੀਆਂ ਛਕੀਆਂ। ਮਾਂ ਮੈਨੂੰ ਕਦੀ ਕਿਸੇ ਨੇ ਪੁੱਤ ਕਹਿ ਕੇ ਆਵਾਜ਼ ਨਹੀਂ ਮਾਰੀ। ਜਿਹੜਾ ਬੁਲਾਉਂਦਾ ਸੀ ਓਏ ਜੇਠੀਆ ਕਹਿ ਕੇ ਬੁਲਾਉਂਦਾ ਸੀ। ਅੱਜ ਮਾਂ ਆ ਧਨ ਉਹਨਾਂ ਨੇ ਦਿੱਤਾ। ਨਾਨੀ ਮਾਂ ਦੇ ਜਦੋਂ ਚਿਹਰੇ ਵੱਲ ਝਾਤ ਮਾਰੀ, ਅੱਖਾਂ ਦੇ ਵਿੱਚੋਂ ਹੰਝੂਆਂ ਦੇ ਦਰਿਆ ਛੁੱਟੇ ਪਏ ਸਨ। ਨਾਨੀ ਮਾਂ ਦੀ ਚੁੰਨੀ ਲੈ ਕੇ ਅੱਖਾਂ ਪੂੰਝੀਆਂ ਨਾਲ ਬਚਨ ਕੀਤੇ, ਮਾਂ ਆਪਾਂ ਗਰੀਬ ਲੋਕ ਆ ਨਾ, ਆਪਾਂ ਫ੍ਰੀ ਵਿੱਚ ਕਿਸੇ ਨੂੰ ਛਕਾ ਨਹੀਂ ਸਕਦੇ, ਤੂੰ ਤਾਂ ਰੋਂਦੀ ਹੈ ਨਾ। ਨਾਨੀ ਮਾਂ ਕਹਿਣ ਲੱਗੀ, ਨਹੀਂ ਪੁੱਤ ਵੇ, ਮੈਂ ਤਾਂ ਨਹੀਂ ਰੋਂਦੀ, ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਕੇ ਰੋ ਰਹੀ ਹਾਂ ਕਿ ਪਾਤਸ਼ਾਹ ਜਿਹੜੇ ਬੱਚੇ ਨੂੰ ਹੱਥ ਅਮੀਰਾਂ ਵਾਲੇ ਦਿੱਤੇ ਨੇ, ਇਹਨੂੰ ਕੰਗਾਲ ਕਿਉਂ ਰੱਖਿਆ? ਜਿਹੜੇ ਬੱਚੇ ਨੂੰ ਸੁਰਤ ਅਮੀਰਾਂ ਵਾਲੀ ਦਿੱਤੀ ਏ, ਇਸ ਬੱਚੇ ਨੂੰ ਕੰਗਾਲ ਕਿਉਂ ਰੱਖਿਆ ਈ? ਮੈਂ ਤੇ ਉਹਦੇ ਚਰਨ ਫੜ ਕੇ ਬੇਨਤੀ ਕਰ ਰਹੀ ਹਾਂ। ਤੁਸੀਂ ਧਿਆਨ ਮਾਰ ਕੇ ਦੇਖਿਓ, ਸਮਾਪਤੀ ਕਰਨੀ ਹੈ। ਭਾਈ ਸਾਹਿਬ ਜੀ ਪਹੁੰਚ ਚੁੱਕੇ ਨੇ, 2 ਬਚਨ ਕਰਕੇ ਸਮਾਪਤੀ ਕਰਾਂਗਾ। ਅੱਜ ਤੁਸੀਂ ਝਾਤ ਮਾਰ ਕੇ ਦੇਖਿਓ, ਦੁਨੀਆ ਨੇ ਧੱਕੇ ਮਾਰੇ, ਦੁਨੀਆ ਨੇ ਮਿਹਣੇ ਮਾਰੇ, ਦੁਨੀਆ ਨੇ ਘੁੰਗਣੀਆਂ ਵੇਚਣ ਵਾਲਾ ਕਿਹਾ, ਪਤਾ ਨਹੀਂ ਕਿਹੜੇ ਕਿਹੜੇ ਨਾਮ ਦੇ ਨਾਲ ਦੁਨੀਆ ਨੇ ਪੁਕਾਰਿਆ ਹੋਵੇਗਾ। ਪਰ ਉਸ ਮਾਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਪ੍ਰਵਾਨ ਹੋਈਆਂ। ਜਿਹੜੇ ਘਰ ਨੂੰ ਤਾਲਾ ਮਾਰਿਆ ਤੇ ਕਿਹਾ ਸੀ ਨਾ ਕਦੋਂ ਖੁੱਲੇਗਾ, ਤੁਸੀਂ ਝਾਤ ਮਾਰ ਕੇ ਦੇਖਿਓ, ਜਿਹਨੂੰ ਕਿਹਾ ਜਾਂਦਾ ਸੀ ਇਹ ਉੱਜੜ ਗਿਆ। ਅੱਜ ਉਸ ਪਾਤਸ਼ਾਹ ਦਾ ਘਰ ਸੋਨੇ ਦਾ ਘਰ ਬਣ ਗਿਆ। ਅੱਜ ਉਸ ਗੁਰੂ ਸਾਹਿਬ ਦਾ ਘਰ ਸਿੱਖੀ ਦਾ ਕੇਂਦਰ ਬਣ ਗਿਆ। ਅੱਜ ਉਸ ਪਾਤਸ਼ਾਹ ਦਾ ਘਰ ਗੁਰੂ ਨਾਨਕ ਸਾਹਿਬ ਦਾ ਘਰ ਬਣ ਗਿਆ। ਜਿਨ੍ਹਾਂ ਨੂੰ ਧੱਕੇ ਪੈਂਦੇ ਸੀ, ਭਗਤ ਨਾਮਦੇਵ ਜੀ ਵਰਗਿਆਂ ਦਾ ਘਰ ਬਣ ਗਿਆ। ਤੇ ਆਵਾਜ਼ਾਂ ਮਾਰ ਮਾਰ ਕੇ ਸਤਿਗੁਰੂ ਜੀ ਕਹਿੰਦੇ, ਭਲਿਓ ਆ ਜਾਓ, ਇੱਥੇ ਕਿਸੇ ਨੂੰ ਧੱਕੇ ਨਹੀਂ ਜੇ ਪੈਂਦੇ, ਇੱਥੇ ਕਿਸੇ ਨੂੰ ਧੱਕੇ ਨਹੀਂ ਜੇ ਪੈਂਦੇ। ਰਹਿਮਤਾਂ ਐਸੀਆਂ ਹੋਈਆਂ, ਤੁਸੀਂ ਦੁਨੀਆ ਅੰਦਰ ਝਾਤ ਮਾਰ ਕੇ ਦੇਖਿਓ। ਤੁਸੀਂ ਕਿਸੇ ਵੱਡੇ ਤੋਂ ਵੱਡੇ ਹੋਟਲ ਦੇ ਵਿੱਚ ਵੀ ਜਾਓਗੇ ਨਾ, ਤੁਹਾਨੂੰ ਵੇਟ ਕਰਨੀ ਪੈਂਦੀ ਹੈ, ਕਹਿਣਾ ਪੈਂਦਾ ਵਾਰ-ਵਾਰ ਸਾਡਾ ਨੰਬਰ ਆਵੇ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਤੁਸੀਂ ਜਾ ਕੇ ਦੇਖਿਓ, ਉੱਥੇ ਤੁਹਾਨੂੰ ਤਰਲੇ ਨਹੀਂ ਕਰਨੇ ਪੈਂਦੇ। ਉੱਥੇ ਤਾਂ ਲੰਗਰ ਛਕਾਉਣ ਵਾਲੇ ਤਰਲੇ ਕਰਦੇ ਨੇ ਕਿ ਭਲਿਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਆਇਓ ਤੇ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਇਓ। ਅਖੀਰ ਦੇ ਵਿੱਚ ਬੇਨਤੀ ਕਰਾਂ, ਇਹ ਸਮਾਂ ਬਤੀਤ ਹੁੰਦਾ ਗਿਆ, ਸਾਰਾ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਹੈ। ਇੱਕ ਦਿਨ ਐਸਾ ਸਮਾਂ ਆਇਆ, ਗੁਰੂ ਅਮਰਦਾਸ ਮਹਾਰਾਜ ਜੀ ਨੇ ਤੁਰਟ ਕੇ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਉੱਤੇ ਆਪਣੀ ਬੱਚੀ ਦਾ ਆਨੰਦ ਵਿਵਾਹ ਕੀਤਾ। ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਕਰ ਦਿੱਤੇ। ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਹੋ ਕਰਕੇ ਜਿਹੜੇ ਗੁਰੂ ਸਾਹਿਬ ਜੀ ਦਾ ਜੀਵਨ ਅਸੀਂ ਘੁੰਗਣੀਆਂ ਵੇਚਣ ਵਾਲਾ ਪੜ੍ਹਦੇ ਹਾਂ, ਯਤੀਮ ਪੜ੍ਹਦੇ ਹਾਂ, ਉਹ ਗੁਰੂ ਸਾਹਿਬ ਜੀ ਦੇ ਉੱਤੇ ਐਸੀ ਰਹਿਮਤ ਵਰਸੀ ਕਿ ਪਹਿਲਾਂ ਬਾਣੀ ਜਿਹੜੀ ਹੈ ਉਹ 19 ਰਾਗਾਂ ਦੇ ਤੱਕ ਗਾਈ ਗਈ ਸੀ। 19 ਰਾਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ ਕੀਤੇ ਸਨ। 17 ਰਾਗਾਂ ਦੇ ਵਿੱਚ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ ਕੀਤੀ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ 11 ਹੋਰ ਰਾਗਾਂ ਦਾ ਵਾਅਦਾ ਕਰਕੇ 30 ਰਾਗਾਂ ਦੇ ਵਿੱਚ ਪਾਵਨ ਬਾਣੀ ਬਖਸ਼ਿਸ਼ ਕਰ ਦਿੱਤੀ। ਤੇ ਉਹਨਾਂ ਦੀ ਪਾਵਨ ਬਾਣੀ ਵਿੱਚ ਕੋਈ ਮਤਭੇਦ ਨਹੀਂ। ਸਾਰੇ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਸਾਨੂੰ ਸੱਚ ਤੇ ਪਹਿਰਾ ਦੇਣ ਅਤੇ ਸੁਚੱਜਾ ਜੀਵਨ ਬਣਾਉਣ ਵਾਸਤੇ ਪ੍ਰੇਰਿਤ ਕਰਦੀ ਏ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਸਭ ਜਣੇ ਮਿਲ ਕੇ ਗੁਰੂ ਸਾਹਿਬ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਸੇਵਾ ਤੇ ਸਿਮਰਨ ਦੇ ਰਾਹੀਂ ਆਪ ਬਾਣੀ ਪੜ੍ਹ ਕੇ, ਆਪ ਬਾਣੀ ਵਿਚਾਰ ਕੇ ਜੀਵਨ ਸੁਚੱਜਾ ਬਣਾ ਸਕੀਏ। ਸਭਨਾਂ ਦੇ ਸਿਰ ਤੇ ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਮਿਹਰ ਦਾ ਭਰਿਆ ਹੋਇਆ ਹੱਥ ਰੱਖਣ। ਸੋ ਆਓ, ਰਾਗਾਂ ਦੀ ਮੈਂ ਬੇਨਤੀ ਕੀਤੀ ਹੈ, ਤੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਐਸੇ ਗੁਰਮੁਖ ਪਿਆਰੇ ਰਾਗੀ ਸਿੰਘ ਲੋਕ ਨੇ ਜਿਨ੍ਹਾਂ ਨੇ ਆਪ ਜੀ ਨੂੰ ਇੱਕ ਇੱਕ ਰਾਗ ਦਾ ਸਮਾਂ, ਇੱਕ ਇੱਕ ਰਾਗ ਦੀ ਜਿਹੜੀ ਇੱਕ ਇੱਕ ਸੁਰ ਹੈ ਉਹ ਦੱਸਣੀ ਹੈ, ਕਿਹੜੇ ਸਮੇਂ ਕਿਹੜੇ ਰਾਗ ਗਾਏ ਜਾਂਦੇ ਨੇ। ਆਉਣ ਵਾਲੇ ਸਮੇਂ ਵਿੱਚ ਐਸੇ ਗੁਰਮੁਖ ਪਿਆਰੇ ਰਾਗੀ ਲੋਕ ਨੇ। ਵੀਰ ਜੀ ਬਲਪ੍ਰੀਤ ਸਿੰਘ ਜੀ, ਇਹਨਾਂ ਤੇ ਵੀ ਸਤਿਗੁਰਾਂ ਦੀ ਬਹੁਤ ਕਿਰਪਾ ਹੈ। ਆਪ ਜੀ ਪਹਿਲਾਂ ਵੀ ਇਹਨਾਂ ਨੂੰ ਸਰਵਣ ਕਰਦੇ ਹੋ, ਤੋ ਮੈਂ ਬੇਨਤੀ ਕਰਾਂਗਾ ਵੀਰ ਜੀ ਨੂੰ ਵੀ ਉਹ ਵੀ ਸਮੇਂ ਦੇ ਰਾਗ ਦੇ ਨਾਲ ਜਿਹੜੀ ਕੀਰਤਨ ਦੀ ਰਮਤਾ ਕਰਨਗੇ। ਸਭ ਸੰਗਤਾਂ ਨੇ ਬੜੇ ਆਨੰਦ ਦੇ ਵਿੱਚ ਬਹਿ ਕੇ ਇਹਨਾਂ ਦੀ ਰਸਨਾ ਉੱਤੇ ਬੜੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ, ਬੜੇ ਸੁਚੱਜੇ ਢੰਗ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਗਾ ਕੇ ਆਪ ਜੀ ਤੱਕ ਪਹੁੰਚਾਉਂਦੇ ਨੇ। ਸੋ ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ ਬਖਸ਼ਣੀ। ਆਓ ਸਾਰੇ ਜਣੇ ਮਿਲ ਕੇ
ਗੁਰਬਾਣੀ ਕੀਰਤਨ ਦੇ ਰਾਹੀਂ ਗੁਰੂ ਸਾਹਿਬ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰੀਏ, ਆਨੰਦ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਬਹੁਤ ਆਪ ਸੰਗਤ ਨੂੰ ਵਧਾਈ ਹੋਵੇ ਜੀ। ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਸਾਰ ਭਰ ਵਿੱਚ ਸਿੱਖ ਸੰਗਤਾਂ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ। ਉੱਡਾ ਦੀ ਸੰਗਤਾਂ ਨੇ ਵੀ ਉਪਰਾਲਾ ਕੀਤਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰੀ ਭਾਈ ਸਾਹਿਬ ਭਾਈ ਬਲਪ੍ਰੀਤ ਸਿੰਘ ਜੀ ਬੇਨਤੀ ਕੀਤੀ ਸੀ, ਉਚੇਚੇ ਤੌਰ ਤੇ ਪਹੁੰਚੇ ਹਨ।